आओ सारे प्यार न जपो एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच ज्यों जन हूँ त्यों राख हर प्रभ तेरे आप केते गनो असंख्य अवगुण मेरे असंख्य अवगुण खते फेरे नित प्रत सद भूली है मोह मगन बिकराल माया तव प्रसादी घूली है लोक करत विकार बिखड़े प्रभ नेर हूँ ते नेरिया बिनवंत नानक दया धारो काढ़ भव जल फेरिया खात पीत खेलत हस्त भरमे जन्म अनेक भव जल ते काढ़ो प्रभु नानक तेरी टेक सुखौ टल गुर सेवियै अहनिस सहज दर्शन परसे गुरु कह जन्म मरण दुख जाए होवै सिफत कसमंदी नूर अरसों कुरसों तुद डिठे सच्चे पातशाह मल जन्म जन्म दी कटिया सज्जन सच्चा पातशाह सिर शाहां दे जिस पास बैठिया सोही है सबना दा वेसा धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਰਬੱਤ ਸੰਗਤਾਂ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਤੁਰ ਕੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜਾ ਨਾ ਕੋਏ। ਪਾਵਨ ਕੀਰਤਨ ਸਰਵਣ ਕਰ ਰਹੇ ਸੀ। ਸਤਿਗੁਰੂ ਮਹਾਰਾਜ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਇਹ ਇੱਕ ਬੜੀ ਵੱਡੀ ਐਸੀ ਥਿਊਰੀ ਹੈ, ऐसी बख्शिश है। बहुत दुनिया नूं शब्द की समझ नहीं पई। संसार विच लोग इस तरह कहते ने बई देहधारी गुरु तो बिना कल्याण नहीं हुंदी। जिवें साइंस नूं इन्ने सालों बाद ज्ञान होया है कि गुरु नानक साहब ने ਜਿਹੜੇ ਬਚਨ 500 ਸਾਲ 550 ਸਾਲ ਪਹਿਲਾਂ ਕੀਤੇ ਸਨ, ਉਹ ਬਚਨ ਸਾਇੰਸ ਨੂੰ ਹੁਣ ਸਮਝ ਲੱਗੇ 500 ਸਾਲ ਲੰਘ ਗਏ। ਜਿਹੜਾ ਇਹ ਸਿਧਾਂਤ ਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸ਼ਬਦ ਗੁਰੂ ਦਾ, ਇਹ ਵੀ ਬਹੁਤ ਸਮਾਂ ਪਾ ਕੇ ਦੁਨੀਆ ਨੂੰ ਸਮਝ ਲੱਗੇਗੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬੌਰਾ ਨੂੰ। ਸੋ ਜਿਨ੍ਹਾਂ ਜਿਨ੍ਹਾਂ ਨੇ ਸ਼ਬਦ ਨੂੰ ਸਮਝ ਲਿਆ ਹੈ ਕਿ ਸ਼ਬਦ ਕੀ ਹੈ, ਸ਼ਬਦ ਬ੍ਰਹਮ ਹੈ ਆਪ, ਇੰਨਾ ਸੌਖਾ ਕਰ ਦਿੱਤਾ ਹੈ ਕਰਮ। ਇਹਦੇ ਵਿੱਚ
ਜਿਵੇਂ ਆਪਾਂ ਦੁਨਿਆਵੀ ਕੰਮ ਕਰਦੇ ਹਾਂ, ਦੇਖੋ ਉਹਨਾਂ ਦੁਨਿਆਵੀ ਕੰਮਾਂ ਦੇ ਵਿੱਚ ਕਈ ਕੰਮ ਇਹੋ ਜਿਹੇ ਜਿੱਥੇ ਬੰਦਾ ਨਾ ਵੀ ਨਹਾਵੇ ਕੰਮ ਤੇ ਚਲਿਆ ਜਾਂਦਾ, ਮੂੰਹ ਹੱਥ ਧੋਤਾ ਕੰਮ ਤੇ ਚਲਿਆ ਗਿਆ, ਤੇ ਉੱਥੇ ਕੰਮ ਤੇ ਬੈਠਾ ਚਾਹ ਵੀ ਪੀ ਜਾਂਦਾ, ਸੁਚਮ ਦੀ ਵੀ ਲੋੜ ਨਹੀਂ, ਖਾਈ ਵੀ ਜਾਂਦਾ, ਕੰਮ ਵੀ ਕਰੀ ਜਾਂਦਾ, ਮਨ ਦੀ ਵੀ ਲੋੜ ਨਹੀਂ, ਮਨ ਕਿਤੇ ਮਰਜ਼ੀ ਘੁੰਮੇ। ਇੱਕ ਹੁੰਦਾ ਮਨ, ਇੱਕ ਹੁੰਦਾ ਜ਼ੁਬਾਨ, ਇੱਕ ਹੁੰਦਾ ਸਰੀਰ। ਆਪਣੀ ਕਥਾ ਵਾਲੀ ਬੋਲੀ 'ਚ ਅਸੀਂ ਕਹਿੰਦੇ ਹਾਂ ਮਨ ਬਾਣੀ ਸਰੀਰ ਕਰਕੇ। ਬਾਣੀ ਦੇ ਵਿੱਚ ਵੀ ਇਹ ਅੱਖਰ ਵਰਤਿਆ, ਮਨ ਵਾਚਕ ਕਰਮ ਪ੍ਰਭ ਏਕ ਧਿਆਈ। ਵਾਚ ਮਤਲਬ ਕਿ ਬਚਨ, ਜਿਹੜੇ ਬਚਨ ਹੁੰਦੇ ਜ਼ੁਬਾਨ ਦੇ ਰਾਹੀਂ। ਦੁਨਿਆਵੀ ਕੰਮਾਂ ਦੇ ਵਿੱਚ ਮਨ ਦਾ ਕੋਈ ਸੰਬੰਧ ਨਹੀਂ ਹੈ, ਮਨ ਤੁਰਿਆ ਫਿਰਦਾ, ਸਰੀਰ ਦੀ ਝੂਠ ਸੋਚਦਾ ਕੋਈ ਸੰਬੰਧ ਨਹੀਂ ਹੁੰਦਾ। ਜੋੜਾ ਪਾ ਕੇ ਬੈਠਾ ਹੈ, ਕੋਈ ਸਿਰ ਨੰਗਾ ਬੈਠਾ ਹੈ, ਕੋਈ ਗਲਤ ਚੀਜ਼ਾਂ ਖਾ ਕੇ ਵੀ ਆਪਣਾ ਕੰਮ ਕਰੀ ਜਾਂਦੇ ਨੇ, ਕੋਈ ਲੋਕ ਸ਼ਰਾਬ ਪੀ ਕੇ ਵੀ ਆਪਣਾ ਕੰਮ ਕਰਦੇ, ਕੋਈ ਤੰਬਾਕੂ ਵਰਤੀ ਜਾਂਦੇ ਨੇ, ਕੋਈ ਗੱਲਾਂ ਕਰੀ ਜਾਂਦੇ ਨੇ, ਕੋਈ ਗੱਲਾਂ 'ਚ ਗਾਲਾਂ ਵੀ ਕੱਢੀ ਜਾਂਦੇ ਨੇ। ਹੁਣ ਇਹ ਮਾਨ ਕਰਕੇ ਸੰਸਾਰ ਦੇ ਕੰਮਾਂ ਵਿੱਚ, ਜ਼ੁਬਾਨ ਕਰਕੇ ਵੀ ਲੋੜ ਨਹੀਂ, ਬਸ ਸਰੀਰਕ ਕੰਮ ਹੈ। ਕਈ ਕੰਮ ਸਾਡੇ ਦਿਮਾਗ ਦੇ ਨੇ, ਉਹ ਦਿਮਾਗ ਨਾਲ ਕਰਨੇ ਨੇ, ਪਰ ਉਹ 'ਚ ਬੰਦਸ਼ਾਂ ਘੱਟ ਨੇ। ਹੁਣ ਸਭ ਤੋਂ ਔਖਾ ਕਾਰਜ ਜਿਹੜਾ ਹੈ ਸੰਸਾਰ ਦਾ, ਉਹ ਗੁਰੂ ਸਾਹਿਬ ਨੇ ਆਪ ਬਚਨ ਕੀਤੇ ਨੇ ਕਿ ਆਖਣ ਔਖਾ ਸਾਚਾ ਨਾਉ। ਹੋਰ ਕੋਈ ਔਖਾ ਨਹੀਂ ਗਾ। ਉੱਦਾਂ ਤੇ ਲੋਕ ਆਪਾਂ ਨੂੰ, ਮਹਾਤਮਾ ਨੂੰ, ਸਾਧੂ ਸੰਤਾਂ ਨੂੰ ਕਹਿੰਦੇ ਵਿਹਲੜ ਲੋਕ, ਨਾ ਕੰਮ ਨਾ ਕਾਰ, ਐਵੇਂ ਵਿਹਲੇ ਨੇ ਇਹ, ਕੜਾਹ ਖਾਣੇ ਆ ਜਾਂ ਲੰਗਰ ਛਕ ਲਿਆ ਜਾਂ ਇਹ ਗੁਰਦੁਆਰੇ ਬੈਠੇ ਰਹਿੰਦੇ ਨੇ। ਹੁਣ ਜੇ ਵਿਚਾਰ ਕੇ ਦੇਖੀਏ, ਸੰਸਾਰ ਦੇ ਅੰਦਰ ਸਰੀਰ ਨਾਲ ਕੰਮ ਕਰਨ ਵਾਲੇ ਵੀ ਬਹੁਤ ਲੋਕ ਨੇ। ਡਾਕਟਰ ਵਿਹਲਾ ਹੀ ਬੈਠਾ ਹੁੰਦਾ, ਡਾਕਟਰ ਕਿਹੜਾ ਉੱਥੇ ਵੀ ਟੋਕਾ ਚਲਾਉਂਦਾ ਜਾਂ ਮਸ਼ੀਨ ਚਲਾਉਂਦਾ ਜਾਂ ਟਰੱਕ ਚਲਾਉਂਦਾ। ਡਾਕਟਰ ਕੁਰਸੀ ਮੇਜ਼ ਤੇ ਸਿਰਫ ਉਹਨੂੰ ਇੱਕ ਕਾਗਜ਼ ਤੇ ਪੈਨ ਚਾਹੀਦਾ। ਕਹਿੰਦੇ 2 ਅੱਖਰ ਜੇ ਲਿਖੇ ਨੇ ਤਾਂ $40 ਲੈ ਲੇ, 50 ਲੈ ਲੇ, 100 ਲੈ ਲੇ, ਪੈਸਾ ਠੱਗੀ ਜਾਂਦਾ। ਦਵਾਈਆਂ ਵੀ, ਪਰ ਉਹਦੇ ਪਿੱਛੇ ਉਹਦੀ ਮਿਹਨਤ ਨਹੀਂ ਦੇਖੀ ਕਿ ਉਹਨੇ ਕਿੰਨੇ ਸਾਲ ਮਿਹਨਤ ਕੀਤੀ। ਦਿਮਾਗੀ ਕੰਮ ਆਪਣੇ ਥਾਂ ਤੇ ਹਨ। ਹੁਣ ਡਾਕਟਰ ਹੀ ਆਪਣੇ ਥਾਂ ਤੇ ਆ। ਡਾਕਟਰ ਕਈ ਸ਼ਰਾਬ ਵੀ ਪੀਂਦੇ ਆ, ਮੀਟ ਵੀ ਖਾਂਦੇ ਹੋਣੇ, ਕੋਈ ਤੰਬਾਕੂ ਵਰਤਦੇ ਹੋਣੇ, ਹੈ ਕੰਮ ਉੱਦਾਂ ਬਹੁਤ ਟੌਪ ਤੇ ਆ ਉਹਨਾਂ ਦਾ, ਇੰਜੀਨੀਅਰ ਦਾ ਵੀ ਕੰਮ ਹੈ। ਪਰ ਜਿਹੜੀ ਜਿੱਥੇ ਆ ਜਾਂਦੀ ਗੱਲ ਹੈ ਕਲਯੁੱਗ ਦੇ ਵਿੱਚ ਸੋਚੇ ਰਹਿਣ ਦੀ, ਹੁਣ ਇੱਥੇ ਜਿਹੜਾ ਸੰਸਾਰ ਨੂੰ ਇਹ ਬੰਦਸ਼ਾਂ ਲੱਗਦੀਆਂ ਨੇ, ਖੁੱਲ੍ਹਾ ਵਿਚਰਨ ਦੀ ਆਦਤ ਪਈ ਹੁੰਦੀ ਹੈ। ਜਿਹੜੇ ਇਨਸਾਨਾਂ ਨੂੰ ਖੁੱਲ੍ਹਾ ਵਿਚਰਨ ਦੀ ਆਦਤ ਹੁੰਦੀ ਹੈ, ਉਹਨਾਂ ਨੂੰ ਫਿਰ ਬੰਦਸ਼ 'ਚ ਰਹਿਣਾ ਔਖਾ ਹੋ ਜਾਂਦਾ। ਪਰ ਅਸਲ ਵਿੱਚ ਪ੍ਰਾਪਤੀ ਬੰਦਸ਼ ਵਿੱਚ ਹੀ ਹੈ। ਦੁਨੀਆ ਅੰਦਰ ਜੋ ਵੀ ਤਰੱਕੀ ਹੁੰਦੀ ਹੈ ਉਹ ਬੰਦਸ਼ 'ਚ ਹੁੰਦੀ। ਜਹਾਜ਼ ਆਪਾਂ ਬੈਠ ਕੇ ਆਉਂਦੇ ਹਾਂ, ਜਹਾਜ਼ ਵੀ ਬੰਦਸ਼ ਵਿੱਚ ਚੱਲਦਾ, ਟ੍ਰੇਨ ਵੀ ਬੰਦਸ਼ ਵਿੱਚ ਚੱਲਦੀ ਹੈ ਪਟੜੀ ਤੇ, ਕਾਰਾਂ ਵੀ ਸੜਕ ਤੇ ਬੰਦਸ਼ ਵਿੱਚ ਚੱਲਦੀਆਂ, ਟਰੱਕ ਵੀ ਬੰਦਸ਼ ਵਿੱਚ ਚੱਲਦਾ। ਬੰਦਸ਼ ਕਿੰਨੀ ਵੀ ਲਾਈਨ, ਜੇ ਲਾਈਨ ਦੇ ਉੱਤੇ ਗੱਡੀ ਹੋ ਗਈ ਮਾੜੀ ਜਿਹੀ, ਜੇ ਪੀਲੀ ਲਾਈਨ ਤੇ ਹੋ ਗਈ ਫਿਰ ਤਾਂ ਕਹਿਣੇ, ਜੇ ਕਿਤੇ ਡਬਲ ਪੀਲੀ ਹੋਵੇ ਫਿਰ ਤਾਂ ਜੁਰਮਾਨਾ ਹੀ ਬੜਾ, ਟਿਕਟ ਲੱਗ ਜਾਂਦੀ। ਇੱਥੇ ਕਿਉਂ ਚੜਾਈ ਗੱਡੀ? ਕਾਨੂੰਨ ਹੈ, ਅਸੂਲ ਹੈ, ਰਸਤਾ ਹੈ, ਦੇਖਣਾ ਹੈ, ਕਾਫੀ ਹੈ, ਗੱਲਾਂ ਨੇ। ਸੰਸਾਰ ਦੇ ਕੰਮ ਸਾਰੇ ਮਹਾਰਾਜ ਕਹਿੰਦੇ ਹੋਰ ਕੰਮ ਸੌਖੇ ਨੇ, ਪਰ ਆਖਣੇ ਔਖਾ ਸਾਚਾ ਨਾਉ।
ਬਾਕੀ ਦੇ ਕੰਮਾਂ ਦੇ ਵਿੱਚ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਬਹੁਤੀਆਂ ਗੱਲਾਂ ਦੀ, ਪਰ ਜਦੋਂ ਆਪਾਂ ਭਗਤੀ ਦੇ ਮਾਰਗ ਤੇ ਚੱਲਦੇ ਹਾਂ ਤੇ ਇੱਥੇ ਜਿਹੜਾ ਵੀ ਕੰਮ ਕਰਨਾ ਉਹਦੇ ਵਿੱਚ ਇਹਨਾਂ ਤਿੰਨਾਂ ਦੀ ਅਲਾਈਨਮੈਂਟ ਸੈੱਟ ਕਰਨੀ ਪੈਣੀ ਹੈ। ਮਨ, ਬਾਣੀ, ਸਰੀਰ। ਸਰੀਰ ਦਾ ਇਸ਼ਨਾਨ ਕਰਾਉਣਾ ਜ਼ਰੂਰੀ, ਵਸਤਰ ਸੁੱਚੇ ਹੋਣੇ ਚਾਹੀਦੇ ਨੇ। ਮਹਾਰਾਜ ਕਹਿੰਦੇ ਦਾਤਣ ਰੋਜ਼ ਕਰੋ, ਪੱਗ ਚੁਣ ਕੇ ਬੰਨੋ, ਕੰਘਾ ਦੋਨੋਂ ਵਕਤ ਕਰੋ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਮਹਿਸੂਸ ਹੁੰਦੀਆਂ ਕਿ ਬੰਧਨ ਰੂਪ ਹਨ। ਬਾਕੀ ਦੇ ਕੰਮਾਂ ਨਾਲੋਂ ਹੁਣ ਗੁਰਦੁਆਰੇ ਆਉਣੇ ਦੇ 12 ਜੋੜੇ ਘਰ ਜੋੜਾ ਲਾਓ। ਹਾਲੇ ਤਾਂ ਹੋਰ ਸੌਖਾ, ਹਰਿਮੰਦਰ ਸਾਹਿਬ ਵਾਂਗੂ ਪੈਰ ਨਹੀਂ ਧੋਣੇ ਪੈਂਦੇ, ਇੱਦਾਂ ਹੀ ਚੜ੍ਹੇ ਘੋੜੇ ਸਵਾਰ ਆ ਜਾਓ। ਪੈਰ ਧੋਵੋ, ਇਸ਼ਨਾਨ ਕਰਕੇ ਆਓ ਜੀ। ਆਹ ਨਹੀਂ ਖਾਣਾ, ਉਹ ਨਹੀਂ ਬੋਲਣਾ, ਉਹ ਨਹੀਂ ਦੇਖਣਾ, ਕੰਟਰੋਲ ਕਰਨਾ। ਕਿਤਨਾ ਹੈ ਧਾਰਮਿਕ ਬੰਧਨ। ਪਰ ਹੁਣ ਜਿਤਨਾ ਵੀ ਬੰਧਨ ਹੈ ਆਪਾਂ ਨੂੰ ਮਨ ਕਰਕੇ, ਸਰੀਰ ਕਰਕੇ, ਜ਼ੁਬਾਨ ਕਰਕੇ, ਸਤਿਗੁਰਾਂ ਨੇ ਦੱਸਿਆ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਨਹੀਂ ਬੋਲਣਾ ਹੈ ਭਾਈ, ਕਿਉਂਕਿ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਆ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਐ, ਮੋਹਿ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ। ਪਾਣਾ ਲਹੈ ਸਜਾਏ, ਪਾਣਾ ਨਾਮ ਜੁੱਤੀਆਂ ਦਾ ਹੈ, ਜੁੱਤੀਆਂ ਖਾਂਦਾ। ਕਿਤਨਾ ਕੰਟਰੋਲ ਕਰਨਾ ਪੈਂਦਾ। ਭਗਤੀ ਦੇ ਵਿੱਚ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਨੇ, ਇਹਨਾਂ ਨੂੰ ਵੀ ਕੰਟਰੋਲ ਕਰਨਾ ਪੈਂਦਾ। ਵਾਹਿਗੁਰੂ ਕਹਿਣਾ ਸੌਖਾ, ਇਹਨੂੰ ਭਗਤੀ ਨਹੀਂ ਕਹਿੰਦੇ। ਕਿ ਵਾਹਿਗੁਰੂ 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 ਖੱਬੇ ਸੱਜੇ ਦੇਖ ਲਿਆ, ਨਹੀਂ। ਭਗਤੀ ਵਿੱਚ ਅੱਖਾਂ ਤੇ ਕੰਟਰੋਲ ਕਰਨਾ, ਕੰਨਾਂ ਦੇ ਉੱਤੇ ਕਾਬੂ ਪਾਉਣਾ, ਜ਼ੁਬਾਨ ਦੇ ਉੱਤੇ ਕੰਟਰੋਲ ਰੱਖਣਾ, ਮਨ ਨੂੰ ਕਾਬੂ 'ਚ ਰੱਖਣਾ ਹੈ, ਸਰੀਰ ਨੂੰ ਕਾਬੂ 'ਚ ਰੱਖਣਾ ਹੈ, ਜ਼ੁਬਾਨ ਨੂੰ ਆਪਣੇ ਕਾਬੂ 'ਚ ਰੱਖਣਾ। ਸਾਰੀਆਂ ਚੀਜ਼ਾਂ ਕੰਟਰੋਲ ਕਰਕੇ, ਖਾਣਾ ਪੀਣਾ ਕੰਟਰੋਲ ਕਰਨਾ। ਇਤਨੀ ਬੰਦਿਸ਼ ਹੁੰਦੀ ਹੈ ਜੀਵ ਨੂੰ ਮਹਿਸੂਸ ਕਿ ਮੈਂ ਬਹੁਤ, ਇਹ ਤਾਂ ਦੁਨੀਆ ਦਾ ਕਹਿੰਦੇ ਸਵਾਦ ਹੀ ਨਾ ਰਿਹਾ। ਫਿਰ ਤਾਂ ਦੁਨੀਆ ਦਾ ਕੋਈ ਸਵਾਦ ਨਾ ਆਇਆ, ਮੈਂ ਤਾਂ ਕੋਈ ਸਵਾਦ ਹੀ ਨਾ ਲਿਆ। ਮੈਂ ਤਾਂ ਹਲੇ ਕਈ ਕੁਛ ਖਾਣਾ ਪੀਣਾ ਪੈਰ ਨਾ ਹੰਡਾਉਣਾ ਸੀ। ਇਹ ਉਹ ਚੀਜ਼ ਹੁੰਦੀ ਜਿਵੇਂ ਆਮ ਤੌਰ 'ਤੇ ਸੰਸਾਰੀ ਉਦਾਹਰਣ ਵਿੱਚ ਦੇਖੀਏ ਤਾਂ ਇੱਕ ਗੱਡੀਆਂ ਦੇ ਬੇਸ ਮਾਡਲ ਨੇ, ਇਹ ਤਾਂ ਸਸਤੀ ਹੈ, ਇਹ $5000 ਮਹਿੰਗੀ। ਇਹ 'ਚ ਕੀ ਖਾਸ ਸੀ? ਤੇ 2 ਗੱਲਾਂ ਉਹ 'ਚ ਹੋਰ ਵਧਾ ਦਿੱਤੀਆਂ। ਆਹ 30,000 ਦੀ ਹੈ, ਇਹ 'ਚ 2 ਗੱਲਾਂ ਹੋਰ ਵਧਾ ਦਿੱਤੀਆਂ। ਕਰਦੇ ਕਰਦੇ 50,000 ਤੇ ਲੈਣੇ। ਇਹ ਡੀਲਕਸ ਮਾਡਲ ਹੈ, ਇਹ ਫਲਾਨਾ ਮਾਡਲ ਹੈ, ਇਹਦੇ 'ਚ ਆਹ, ਇਹ ਗੱਡੀ 10 ਕਰੋੜ ਦੀ ਹੈ, ਇਹ 'ਚ ਕੀ ਹੈ? ਕਹਿੰਦੇ ਇਹ ਜੇ ਮੂਹਰੇ ਪਾਣੀ ਆ ਜੇ, ਪਾਣੀ 'ਚ ਵੀ ਭੱਜ ਲੈਂਦੀ ਹੈ, ਸੜਕ ਤੇ ਵੀ ਚੱਲ ਪੈਂਦੀ ਹੈ। ਆਹ ਹੁਣ ਕਈ ਗੱਡੀਆਂ ਕੱਢੀਆਂ, ਇੱਕ 6 ਕਰੋੜ ਦੀ ਗੱਡੀ ਕਾਰ, ਇੰਨੀਆਂ ਸਹੂਲਤਾਂ ਉਹਦੇ 'ਚ, ਕਿਉਂਕਿ ਜਿੰਨਾ ਰੁਪਈਆ ਖਰਚੀ ਜਾਣਾ ਉਨੀ ਸਹੂਲਤ ਜ਼ਿਆਦਾ ਹੋ ਜਾਣੀ। ਕਾਰ 'ਚ ਇੱਥੇ ਆਈਏ ਸਿਡਨੀ ਤੋਂ ਤਾਂ ਕੋਹ ਜਿਹਾ, ਜੇ ਜਹਾਜ਼ 'ਚ ਆਈਏ ਘੰਟੇ 'ਚ ਬੰਦਾ ਇੱਥੇ, ਪਰ ਪੈਸੇ ਓਨੇ ਕੁ ਪੈਸੇ ਲੱਗਦੇ। ਫਿਰ ਇਸੇ ਪ੍ਰਕਾਰ ਜਿਹੜਾ ਹੈ ਸੰਸਾਰ ਦੇ ਅੰਦਰ ਰਹਿ ਕੇ ਜਿਹੜਾ ਆਪਾਂ ਜੋ ਵੀ ਕੁਛ ਕਰਦੇ ਹਾਂ ਉਹਦੇ ਬਾਰੇ ਸਤਿਗੁਰੂ ਕਹਿੰਦੇ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਣੀ। ਅਲਪ ਸੁੱਖਾਂ ਵਿੱਚ ਜ਼ਿੰਦਗੀ ਗੁਜ਼ਰ ਰਹੀ ਹੈ, ਬੇਕਾਰ ਜਾ ਰਹੀ ਹੈ, ਔਰ ਮਾਇਆ ਆਪਣਾ ਪ੍ਰਭਾਵ ਦਿਖਾ ਕੇ ਛੋਟੇ ਛੋਟੇ ਸੁੱਖਾਂ ਵਿੱਚ ਆਪਾਂ ਨੂੰ ਲਾ ਕੇ ਆਪਣੀ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਨੂੰ ਖਰਾਬ ਕਰੀ ਜਾ ਰਹੀ ਹੈ। ਆਪਣੀਆਂ ਅਮੋਲਕ ਘੜੀਆਂ ਨੂੰ ਆਪਾਂ ਮਾਇਆ ਦੇ ਕੰਮਾਂ ਧੰਦਿਆਂ 'ਚ ਲਾ ਕੇ, ਸਵਾਦਾਂ ਦੇ ਵਿੱਚ ਲਾ ਕੇ, ਅਣਜਾਣ ਪੁਣੇ ਵਿੱਚ ਗਲਤੀਆਂ ਨਾਲ
ਜਦੋਂ ਕਿ ਜ਼ਿੰਦਗੀ 55-60 ਨੇੜੇ ਪਹੁੰਚਦੀ ਹੈ, ਉਦੋਂ ਕੁ ਨੂੰ ਜਾ ਕੇ ਅਕਲ ਆਉਂਦੀ, ਉਦੋਂ ਕੁ ਜਾ ਕੇ ਕਈ ਕੁਛ ਹੱਥੋਂ ਨਿਕਲ ਚੁੱਕਿਆ। ਹੁਣ ਆਪਾਂ ਨੇ ਜ਼ਿੰਦਗੀ ਦੇ ਵਿੱਚ ਇਹ ਸੋਝੀ ਕਿਸੇ ਨੂੰ ਪੈਂਦੀ ਕਿ ਮੈਨੂੰ ਮਨੁੱਖਾ ਦੇਹੀ ਕਾਹਦੇ ਲਈ ਮਿਲੀ ਹੈ, ਕਿਉਂ ਮਿਲੀ ਹੈ, ਕੀ ਕਰਨ ਆਇਆ ਹਾਂ ਮੈਂ। ਇਹ ਸੋਝੀ ਸਾਰਿਆਂ ਨੂੰ ਨਹੀਂ ਪੈਂਦੀ। ਜਿਹਦੇ ਚੰਗੇ ਭਾਗ ਹੁੰਦੇ ਨੇ, ਉਹ ਨਿਆਣੇ ਸਿਆਣੇ ਹੁੰਦੇ ਨੇ, ਉਹਨਾਂ ਨੂੰ ਸੋਝੀ ਪੈ ਜਾਂਦੀ ਹੈ। ਇਹਦੇ ਲਈ ਆਪਾਂ ਹੁਣ ਨਿੱਕੀ ਉਮਰ ਵਿੱਚ ਸੋਝੀ ਪਵੇ ਤਾਂ ਉਹਦੇ ਲਈ ਵੱਡੀ ਚੀਜ਼ ਹੈ ਕਥਾ। ਕਾ ਨਾਮ ਸੁਖ ਦਾ ਹੈ, ਥਾ ਨਾਮ ਥਾਂ ਦਾ ਹੈ। ਸੁਖ ਸਰੂਪ ਦੀ ਥਾਂ ਸਿੱਖਿਆ ਹੈ। ਜਦੋਂ ਆਪਾਂ ਕਥਾ ਨਹੀਂ ਸੁਣਦੇ, ਬਹੁਤ ਗੱਲਾਂ ਰਹਿ ਜਾਂਦੀਆਂ ਉਦੋਂ। ਹਾਂ, ਕਥਾ ਵਿੱਚ ਫਰਕ ਹੈ। ਕਥਾ ਕਈ ਐਵੇਂ ਹੀ ਆਲਤੂ ਫਾਲਤੂ ਗੱਲਾਂ ਕਰਦੇ ਨੇ ਕਥਾ 'ਚ। ਕਈਆਂ ਦਾ ਇਹ ਰੋਜੀ ਰੋਟੀ ਦਾ ਸਾਧਨ ਹੁੰਦਾ ਕਥਾ, ਪ੍ਰੋਫੈਸ਼ਨਲ ਕਥਾਵਾਚਕ। ਇੱਧਰੋਂ ਗੱਲਾਂ ਉੱਧਰੋਂ ਗੱਲਾਂ। ਜੇ ਹੋਰ ਨਹੀਂ ਕੋਈ ਤਾਂ ਸੰਗਤ ਨੂੰ ਐਵੇਂ ਕ੍ਰਿਟੀਸਾਈਜ਼ 'ਚ ਪਾ ਦਿਓ, ਆਪੇ ਉਲਝੇ ਰਹਿਣਗੇ। ਆਪਾਂ ਨੂੰ ਕੀ, ਨਾਲੇ ਇੱਕ ਨਵੀਂ ਲਾਈਨ ਜੀ ਚਲਾ ਦਿਓ। ਅਸਲ ਵਿੱਚ ਕਥਾ ਦਾ ਮੇਨ ਕੀਰਤਨ ਦਾ ਮਕਸਦ ਹੈ ਨਾਮ ਨਾਲ ਜੋੜਨਾ, ਗੁਰੂ ਸਾਹਿਬ ਨਾਲ ਜੋੜਨਾ, ਨਾਮ ਬਾਰੇ ਮਹਿਮਾ ਦੱਸਣੀ ਕਿ ਨਾਮ ਜਪੋ, ਨਾਮ ਨਾਲ ਬਖਸ਼ਿਸ਼ ਹੁੰਦੀ ਹੈ। ਤੇ ਜੇ ਆਪਾਂ ਸੰਸਾਰ ਨੂੰ ਗਲਤ ਮਾਰਗ ਤੇ ਚਲਾ ਦਈਏ, ਗਲਤ ਗੱਲਾਂ ਦੱਸ ਕੇ, ਉਹ ਸਾਰੇ ਲੋਕ ਫਿਰ ਕ੍ਰਿਟੀਸਾਈਜ਼ 'ਚ ਪੈ ਜਾਂਦੇ, ਚੱਕਰਾਂ 'ਚ ਪੈ ਜਾਂਦੇ ਆ, ਵਾਦ ਵਿਵਾਦ ਝਗੜਿਆਂ 'ਚ ਪੈ ਜਾਂਦੇ ਨੇ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਨੇ, ਇਹ ਸਾਰਾ ਜਿੰਨਾ ਪੰਥ ਹੈ, ਜੋ ਵੀ ਬੈਠੇ ਸੰਗਤ ਸਾਰੀ ਸਾਡੇ ਧੀਆਂ ਪੁੱਤਰ ਹਨ। ਸਤਿਗੁਰੂ ਜੀ ਸਾਨੂੰ ਗਲਤ ਮਾਰਗ ਤੇ ਚਲਾ ਕੇ ਖੁਸ਼ ਨਹੀਂ ਹਨ, ਉਹ ਪ੍ਰਸੰਨ ਵੀ ਨਹੀਂ ਹੁੰਦੇ। ਮਹਾਰਾਜ ਕਹਿੰਦੇ ਨੇ, ਸਭ ਤੋਂ ਵੱਡੀ ਚੀਜ਼ ਹੈ ਆਪਸ ਵਿੱਚ ਪ੍ਰੇਮ ਭਾਵਨਾ ਹੋਣੀ। ਸਤਿਗੁਰੂ ਜੀ ਕਹਿੰਦੇ ਨੇ, ਹੱਥ ਵਿੱਚ ਕੈਂਚੀ ਲੈ ਕੇ ਨਾ ਫਿਰੋ, ਹੱਥ ਵਿੱਚ ਸੂਈ ਧਾਗਾ ਲੈ ਕੇ ਫਿਰੋ। ਕੈਂਚੀ ਦਾ ਮਤਲਬ ਕਿ ਵੱਢਦੇ ਨਾ ਫਿਰੋ ਐਵੇਂ ਹੀ, ਆਪਸੀ ਪਿਆਰ ਨੂੰ ਪੈਦਾ ਕਰੋ। ਔਗਣ ਆਪਣੇ ਸਾਰਿਆਂ 'ਚ ਹੀ ਨੇ। ਆਪਾਂ ਜਿੰਨੇ ਬੈਠੇ, ਜੇ ਕੋਈ ਹੱਥ ਖੜਾ ਕਰਕੇ ਕਿ ਮੇਰੇ 'ਚ ਕੋਈ ਔਗਣ ਨਹੀਂ, ਚਲੋ ਮੰਨ ਲਓ ਵੀ ਕੋਈ ਬੰਦਾ ਕਹੇ ਮੇਰੇ 'ਚ ਕੋਈ ਔਗਣ ਨਹੀਂ ਹੈ, ਇਹੀ ਸਭ ਤੋਂ ਵੱਡਾ ਔਗਣ ਹੈ, ਜਿਹੜਾ ਕਹਿਣਾ ਮੇਰੇ 'ਚ ਕੋਈ ਔਗਣ ਨਹੀਂ। ਜਿਵੇਂ ਕੋਈ ਬਜ਼ੁਰਗ ਕਹਿੰਦਾ, ਦੇਖੋ ਜੀ ਆਪਾਂ ਤਾਂ ਸਾਰੀ ਜ਼ਿੰਦਗੀ ਹਉਮੈ ਨਹੀਂ ਕੀਤੀ। ਮੈਂ ਕਿਹਾ ਇਹੀ ਤਾਂ ਹਉਮੈ ਆ। ਹਉਮੈ ਦੇ ਰੂਪ ਨੂੰ ਪਹਿਚਾਣਦਾ ਨਹੀਂ ਕੋਈ ਕਿ ਹਉਮੈ ਹੁੰਦੀ ਕੀ ਹੈ। ਇਹਨੂੰ ਸਮਝਣਾ ਪੈਂਦਾ, ਹਉਮੈ ਕੀ ਚੀਜ਼। ਤਾਂ ਤੇ ਆਪਾਂ ਇਸ ਗੱਲ ਨੂੰ ਸਮਝੀਏ ਕਿ ਆਪਾਂ ਨੇ ਜ਼ਿੰਦਗੀ ਦੇ ਅੰਦਰ ਕਰਮ ਕੀ ਕਰਨਾ, ਕਿਸ ਕੰਮ ਲਈ ਆਏ ਹਾਂ। ਇੱਕ ਦੂਜੇ ਨਾਲ ਨਫ਼ਰਤ ਨਹੀਂ ਕਰਨੀ। ਹੁਣ ਔਗਣ ਸਾਰਿਆਂ ਦੇ ਵਿੱਚ ਹੀ ਹੁੰਦੇ ਨੇ, ਪਰ ਆਪਾਂ ਨੇ ਜਿਹੜੀ ਨਿਗਾਹ ਬਣਾਉਣੀ ਆਪਣੀ, ਉਹ ਇਸ ਤਰ੍ਹਾਂ ਬਣਾਉਣੀ ਕਿ ਆਪਾਂ ਗੁਣ ਨੂੰ ਗ੍ਰਹਿਣ ਕਰਨਾ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਕਬੀਰ ਜੀ ਕਹਿੰਦੇ, ਗੰਨੇ ਦੀ ਗੰਢੇਰੀ ਨੂੰ ਮੂੰਹ 'ਚ ਪਾ ਕੇ ਬੰਦਾ ਚੂਸੀ ਜਾਂਦਾ, ਚੂਸੀ ਜਾਂਦਾ, ਚੂਸੀ ਜਾਂਦਾ, ਬੜਾ ਸਵਾਦ ਲੱਗਦਾ। ਪਰ ਜਦੋਂ ਬਿਲਕੁਲ ਫੋਕਟ ਰਹਿ ਜਾਂਦਾ ਤਾਂ ਉਹਨੂੰ ਥੁੱਕ ਦਿੰਦੇ ਆ ਕਿ ਉਹ ਕਿਸੇ ਕੰਮ ਦਾ ਨਹੀਂ। ਹੁਣ ਆਪਾਂ ਨੇ ਦੇਖਣਾ ਵੀ ਕਿਸੇ ਬੰਦੇ ਵਿੱਚ ਕਿੰਨੇ ਗੁਣ ਨੇ, ਤੇ ਗੁਣਾਂ ਨੂੰ ਸਿਰਫ ਖਿੱਚ ਲਓ ਬਸ। ਜੇ ਔਗਣ ਨੇ ਉਹਨਾਂ ਦਾ ਤਿਆਗ ਕਰ ਦਿਓ। ਇਹ ਬਿਰਤੀ ਬਣਾਉਣੀ ਪੈਂਦੀ ਹੈ। ਇਹ ਸੰਗਤ ਵਿੱਚ ਤਾਂ ਬਹਿਣਾ ਪੈਂਦਾ, ਕਥਾ ਤਾਂ ਸੁਣੀ ਦੀ ਹੈ ਕਿ ਪਹਿਲਾਂ ਬੈਠ ਕੇ ਸਾਰੀ, ਜਿਵੇਂ ਕੋਈ ਬੰਦਾ ਕੋਈ ਕਿਤੇ ਜਾਣਾ ਗੱਡੀ 'ਚ, ਉਹ ਸਾਰੀ ਪਹਿਲਾਂ ਡਾਇਰੈਕਸ਼ਨ ਲੈਂਦਾ ਵੀ ਡਾਇਰੈਕਸ਼ਨ ਮਿਲਣ ਤੋਂ ਬਾਅਦ ਜੇ ਇੱਕ ਅੱਖਰ ਵੀ ਉਹ 'ਚ ਗਲਤ ਹੋ ਗਿਆ ਨਾ, ਹੋਰ ਹੀ ਥਾਂ ਚਲੇ ਜਾਣਾ ਉਹਨੇ। ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਗੁਰਬਾਣੀ ਦੇ ਰਾਹੀਂ ਡਾਇਰੈਕਸ਼ਨ ਲੈਂਦੇ, ਕਥਾ ਸ਼ਰਵਣ ਕਰਦੇ।
ਹੁਣ ਆਪ ਜੀ ਨੇ ਬਾਣੀ ਦੀ ਇੱਕ ਕਥਾ ਜਿਹੜੀ 1200-1300 ਘੰਟੇ ਦੀ ਆਪਾਂ ਕਥਾ ਰਿਕਾਰਡ ਕੀਤੀ ਹੈ ਗੁਰਬਾਣੀ ਦੀ। ਇੰਨੀ ਘੰਟਿਆਂ ਦੀ ਰਿਕਾਰਡਿੰਗ ਹੈ, ਕਥਾ ਤਾਂ ਬਹੁਤ ਸੋਹਣੀ ਹੈ। ਆ ਜਿੰਨੇ ਆਪਾਂ ਬਚਨ ਸੁਣਾ ਰਹੇ ਹਾਂ ਇਹ ਸਾਰੇ ਗੁਰਬਾਣੀ ਚੋਂ ਨਹੀਂ। ਠੀਕ ਆ ਵੀ ਆਪਾਂ ਸ਼ਬਦ ਦੇ ਸਿੱਧੇ ਅਰਥ ਨਹੀਂ ਕਰ ਰਹੇ, ਪਰ ਵੈਸੇ ਅਰਥਾਂ ਨੂੰ ਹੀ ਆਪਾਂ ਸੁਣਾ ਰਹੇ ਕਿ ਗੁਰਬਾਣੀ ਦੇ ਮੂਲ ਸਿਧਾਂਤ ਕੀ ਨੇ। ਉਹਦੇ ਲਈ ਆਪਾਂ ਸਾਰੇ ਇਕੱਠੇ ਹੋਏ ਕਿ ਅਸੀਂ ਕਥਾ ਸਰਵਣ ਕਰਨੀ ਹੈ, ਸਾਨੂੰ ਮਾਰਗ ਮਿਲੇ, ਰਸਤਾ। ਦੇਖੋ ਰਾਤ ਦਾ ਟਾਈਮ ਹੈ, ਜੰਗਲ ਦੇ ਵਿੱਚੋਂ ਗੱਡੀ ਜਾਣੀ ਹੈ, ਸੜਕ ਬਣੀ ਹੋਈ ਹੈ, ਪਰ ਅਚਾਨਕ ਹੈੱਡਲਾਈਟਾਂ ਬੰਦ ਹੋ ਗਈਆਂ। ਫਿਰ ਤੁਸੀਂ ਕੀ ਕਰੋਗੇ? ਨਹੀਂ ਚੱਲ ਸਕਦੇ। ਜਿਹੜੀ ਲਾਈਟ ਹੈ ਇਹ ਰਸਤਾ ਦਿਖਾਉਂਦੀ ਹੈ। ਲਾਈਟ ਬੰਦ ਹੋਣ ਕਰਕੇ ਫਿਰ ਆਪਾਂ ਨੂੰ ਬਹੁਤ ਮੁਸ਼ਕਲ ਹੁੰਦੀ। ਇਹੀ ਚੀਜ਼ ਹੈ ਗੁਰੂ ਦਾ ਗਿਆਨ ਰਸਤਾ ਦਿਖਾਉਂਦਾ ਹੈ, ਗੁਰੂ ਦੀ ਬਾਣੀ ਰਸਤਾ ਦਿਖਾਉਂਦੀ ਹੈ। ਗੁਰੂ ਦੀ ਬਾਣੀ ਕਥਾ ਲਾਈਟ ਦਿੰਦੀ ਹੈ। ਕਥਾ ਦੇ ਵਿੱਚ ਆਪਾਂ ਨੂੰ ਅਰਥਾਂ ਦਾ ਗਿਆਨ ਹੁੰਦਾ। ਕਹਿਣੀ ਬਹਿਣੀ ਰਹਿਣੀ ਸਹਿਣੀ ਸਾਰੀਆਂ ਚੀਜ਼ਾਂ ਕਥਾ ਦੇ ਵਿੱਚੋਂ ਹੀ ਪ੍ਰਾਪਤ ਹੁੰਦੀਆਂ ਨੇ। ਇੱਕ ਇੱਕ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ ਆਪਾਂ ਨੂੰ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਰਾਹੀਂ ਆਪਾਂ ਨੂੰ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਏ, ਹਿਸੇ ਹਰ ਹਰ ਸਦਾ ਧਿਆਵਹਿ, ਜਿਸਨੂੰ ਕਥਾ ਸੁਣਾਏ ਆਪਣੀ ਆਪਣੀ ਕਥਾ, ਬਾਹਰਲੀ ਨਹੀਂ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵਹਿ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹਿ। ਹੁਣ ਜਿਵੇਂ ਜਿਵੇਂ ਮਹਾਰਾਜ ਨੂੰ ਭਾਉਂਦਾ ਉਸੇ ਪ੍ਰਕਾਰ ਸਾਨੂੰ ਜੀਵਾਂ ਨੂੰ ਚਲਾਉਂਦੇ ਨੇ। ਗੁਰਬਾਣੀ ਦਾ ਰਸਤਾ ਗੁਰਬਾਣੀ ਦੀਆਂ ਪੰਕਤੀਆਂ ਹਨ। ਹੋਰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ। ਹਾਂ, ਅਰਥਾਂ ਦੀ ਸਮਝ ਹੋਵੇ, ਗੁਰਬਾਣੀ ਦਾ ਮਾਰਗ, ਹਰ ਇੱਕ ਜਵਾਬ ਗੁਰਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਦਿੱਤਾ ਹੋਇਆ ਆਪਾਂ ਨੂੰ। ਬਸ ਐਸਾ ਦੱਸਿਆ ਸੀ ਆਪ ਨੂੰ ਕਿ ਬਾਣੀ ਨੂੰ ਹੌਲੀ ਹੌਲੀ ਪੜ੍ਹ ਕੇ ਵਿਚਾਰਦੇ ਹੋਏ ਚੱਲੋ। ਭਗਤੀ ਦਾ ਮਾਰਗ ਕਠਨ ਜ਼ਰੂਰ ਹੈ, ਪਰ ਪਹਿਲਾਂ ਇਹ ਮਾਰਗ ਔਖਾ ਲੱਗਦਾ, ਬਾਅਦ ਵਿੱਚ ਇਹੀ ਰਸਤਾ ਸਾਨੂੰ ਫੁੱਲਾਂ ਦੀ ਸੇਜਾ ਬਣ ਜਾਂਦਾ। ਮਾਇਆ ਦਾ ਹਰ ਕੰਮ ਪਹਿਲਾਂ ਫੁੱਲਾਂ ਵਾਂਗੂ ਲੱਗਦਾ, ਪਰ ਬਾਅਦ ਵਿੱਚ ਉਹ 'ਚ ਕੰਡੇ ਹੋ ਜਾਂਦੇ। ਕੰਡੇ ਸਾਰੀਆਂ ਚੀਜ਼ਾਂ ਜਿਤਨੀਆਂ ਵੀ ਆਪਾਂ ਸੰਸਾਰ ਦੇ ਅੰਦਰ ਮਹਾਰਾਜ ਦੇ ਦਰ ਤੇ ਆ ਕੇ ਮੰਗਦੇ ਹਾਂ, ਹਰ ਗੱਲ ਦੇ ਸ਼ੁਰੂ ਵਿੱਚ ਟੈਂਪਰੇਰੀ ਜੀ ਸੁਖੀ ਹੁੰਦੀ ਬੰਦੇ ਨੂੰ, ਸੁੱਖ ਜਿਹਾ। ਬਾਲ ਬੱਚਾ ਹੋਇਆ, ਘਰ 'ਚ ਸ਼ਾਦੀ ਹੋਈ ਹੈ, ਹੋਰ ਕੁਛ 2 ਘੜੀਆਂ ਦੀ ਖੁਸ਼ੀ ਹੁੰਦੀ। ਬਰਥਡੇ ਮਨਾਇਆ ਨਿਆਣਿਆਂ ਦਾ, ਸਾਰਾ ਦਿਨ ਬੜਾ ਵੀ ਖੁਸ਼ ਹੈ ਬਈ, ਬਸ ਕੱਲ੍ਹ ਨੂੰ ਤਾਂ ਨਹੀਂ ਖੁਸ਼ ਹੈ, ਤਾਂ ਅੱਜ ਹੀ ਹੈ। ਵਿਸ਼ੇ ਵਿਕਾਰਾਂ ਵਿੱਚ ਲੋਕ ਪ੍ਰਵਿਰਤ ਹੁੰਦੇ ਨੇ। ਮਹਾਰਾਜ ਕਹਿੰਦੇ, ਏਕ ਨਿਮਖ ਕਾਮ ਸਵਾਦ ਕਾਰਨ, ਕੋਟ ਦਿਨਸ ਦੁੱਖ ਪਾਵੈ, ਘੜੀ ਮੋਹਤ ਰੰਗ ਮਾਣੈ, ਫਿਰ ਬਹੁਰ ਬਹੁਰ ਪਛਤਾਵੈ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਮਹਾਰਾਜ ਜੀ ਕਹਿੰਦੇ ਨੇ, ਹੁਣ ਸਮਝ ਲਓ, ਗੱਲ ਸਮਝ ਲਓ ਸਾਡੇ ਕੋਲ ਬੈਠ ਕੇ ਕਿ ਗੁਰੂ ਸਾਹਿਬ ਦੀ ਬਾਣੀ ਆਪਾਂ ਨੂੰ ਕੀ ਕਹਿੰਦੀ ਹੈ। ਬਾਣੀ ਨੇ ਆਪਾਂ ਨੂੰ ਬਹੁਤ ਰਸਤੇ ਬਖਸ਼ਿਸ਼ ਕੀਤੇ।